ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਐਜੂਕੇਸ਼ਨ ਮਿਸ਼ਨ ਦਿੱਲੀ ਔਰ ਸਿੱਖ ਮਿਸ਼ਨਰੀ ਕਾਲਜ ਦੀ ਸਾਂਝੀ ਗੁਰਮਤਿ ਕਲਾਸ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ। ਅੱਜ ਜਿਸ ਮਹਾਨ ਸ਼ਖਸੀਅਤ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਉਹ ਬੜਾ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਨਾਲ ਉਹਨਾਂ ਦੀ ਜਿਹੜੀ ਹੈ ਸੁਰੱਖਿਆ ਦੇ ਘੇਰੇ ਵਿੱਚ ਵੀ ਉਹਨਾਂ ਦੇ ਨਾਲ ਸਾਥ ਰਹੇ। ਔਰ ਆਪ ਜੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਗੱਦੀ ਉਹਨਾਂ ਨੂੰ ਪ੍ਰਾਪਤ ਹੋਈ ਹੈ, ਉਸ ਵਕਤ ਵੀ ਉਹ ਉਸ ਵਕਤ ਆਪ ਜੀ ਦੇ ਨਾਲ ਸਨ। ਔਰ ਖਦਰਾਣੇ ਦੀ ਢਾਬ ਤੇ ਜਿੱਥੇ ਜੰਗ ਯੁੱਧ ਹੋਏ ਹਨ, ਉੱਥੇ ਵੀ ਉਹ ਜਿਹੜੀ ਹੈ ਵੱਧ ਚੜ ਕੇ ਉਹਨੇ ਹਿੱਸਾ ਲਿਆ। ਔਰ ਬਚਪਨ ਤੋਂ ਹੀ ਆਪ ਜੀ ਨੂੰ ਸ਼ਸਤਰ ਵਿਦਿਆ ਸਿੱਖਣ ਦਾ ਬੜਾ ਹੀ ਚਾਅ ਸੀ। ਔਰ ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ ਕਿ ਆਪ ਜੀ ਛੋਟੇ ਹੁੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਉਹਨਾਂ ਦੇ ਦੀਵਾਨ ਵਿੱਚ ਆਪਣੇ ਮਾਤਾ ਪਿਤਾ ਨਾਲ ਵੀ ਹਾਜ਼ਰੀ ਭਰਿਆ ਕਰਦੇ ਸਨ। ਔਰ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਦੇ ਅੰਦਰ ਸ਼ਹਾਦਤ ਹੋਈ ਤਾਂ ਮਾਈ ਭਾਗੋ ਨੇ ਖਾਲੀ ਅੰਮ੍ਰਿਤ ਨਹੀਂ ਸੀ ਛਕਿਆ, ਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਹੁਕਮ ਦਿਓ, ਮੈਂ ਹੁਣੇ ਜਾ ਕਰਕੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਸ਼ਹੀਦੀ ਕੀਤੀ ਹੈ, ਮੈਂ ਉਹਨਾਂ ਨੂੰ ਠਿਕਾਣੇ ਲਗਾ ਕੇ ਆਵਾਂਗੇ। ਤੋਂ ਮੇਰਾ ਕਹਿਣ ਦਾ ਮੁਰਾਦ ਹੈ ਕਿ ਕਿੰਨਾ ਜੋਸ਼ ਭਰਿਆ ਜੀਵਨ ਉਹਨਾਂ ਦਾ ਸੀ, ਕਰੈਕਟਰ ਸੀ, ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਇਹ ਸਮਾਂ ਜਿਹੜਾ ਹੈ ਉਹ ਆਪਣਾ ਜੀਵਨ ਦਾ ਬਿਤਾਇਆ। ਆਓ ਉਹਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ। ਮਾਈ ਭਾਗੋ ਜੀ, ਜਿਸ ਨੂੰ ਮਾਤਾ ਭਾਗ ਕੌਰ ਵੀ ਕਿਹਾ ਜਾਂਦਾ ਹੈ, ਇੱਕ ਕਮਾਲ ਦੀ ਅਤੇ ਦਲੇਰ ਔਰਤ ਸੀ, ਜੋ 18ਵੀਂ ਸਦੀ ਦੌਰਾਨ ਪੰਜਾਬ ਵਿੱਚ ਰਹਿੰਦੀ ਸੀ। ਇੱਕ ਅਜਿਹਾ ਖੇਤਰ ਜੋ ਅਜੋਕੇ ਭਾਰਤ ਅਤੇ ਪਾਕਿਸਤਾਨ ਵਿੱਚ ਫੈਲਿਆ ਹੋਇਆ ਹੈ, ਉਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਮਨਾਇਆ ਜਾਂਦਾ ਹੈ ਅਤੇ ਸਿੱਖ ਧਰਮ ਪ੍ਰਤੀ ਉਸ ਦੀ ਅਟੁੱਟ ਸ਼ਰਧਾ ਲਈ ਸਤਿਕਾਰਿਆ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਸਿੱਖ ਇਤਿਹਾਸ ਦੇ ਅੰਦਰ ਜਦੋਂ ਇਤਿਹਾਸ ਦਾ ਵਰਣਨ ਹੁੰਦਾ ਹੈ, ਪ੍ਰਚਾਰਕ ਵਰਣਨ ਕਰਦੇ ਹਨ, ਤਾਂ ਸ਼ਾਇਦ ਬੀਬੀਆਂ ਦੀਆਂ ਕੁਰਬਾਨੀਆਂ ਜਿਹੜੀਆਂ ਹਨ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਮੈਂ ਪਿੱਛੇ ਜੇ ਬੀਬੀ ਹਰਸ਼ਿੰਦਰ ਕੌਰ ਜੀ ਦਾ ਇੱਕ ਵੀਡੀਓ ਸੁਣ ਰਿਹਾ ਸੀ, ਉਹਦੇ 'ਚ ਉਹਨਾਂ ਲਿਖਿਆ ਕਿ 300 ਦੇ ਕਰੀਬ ਜਿਹੜੀਆਂ ਸਿੰਘਣੀਆਂ ਹਨ, ਉਹਨਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਹਨ, ਲੇਕਿਨ ਉਹਨਾਂ ਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਕੋਈ ਜਿਹੜਾ ਹੈ ਅੱਗੇ ਸੁਣਾਉਂਦਾ ਹੀ ਨਹੀਂ ਹੈ, ਉਹਨਾਂ ਨੂੰ ਯਾਦ ਹੀ ਨਹੀਂ ਕਰਦਾ। ਤੋ ਇਹ ਬੜੀ ਮਾੜੀ ਗੱਲ ਹੈ, ਮੈਂ ਸਮਝਦਾ। ਤੇ ਉਸ ਤੋਂ ਪ੍ਰੇਰਿਤ ਹੋ ਕਰਕੇ ਹੀ ਮੈਂ ਅੱਜ ਜਿਹੜੀ ਮਾਤਾ ਭਾਗ ਕੌਰ ਜੀ ਦਾ ਜੀਵਨ ਹੈ ਉਸ ਨੂੰ ਚੁਣਿਆ ਹੈ ਆਪ ਜੀ ਦੇ ਨਾਲ ਸਾਂਝਾ ਕਰਨ ਦਾ, ਤਾਂ ਕਿ ਇੱਕ ਸ਼ੁਰੂਆਤ ਕੀਤੀ ਜਾਏ ਤੇ ਬਾਕੀ ਜਿਹੜੀਆਂ ਹੋਰ ਬੀਬੀਆਂ ਹਨ ਉਹਨਾਂ ਦੇ ਜੀਵਨ ਵਿੱਚ ਵੀ ਲੱਭਿਆ ਜਾਏ ਵੀ ਉਹ ਕਿਹੜੀਆਂ-ਕਿਹੜੀਆਂ ਬੀਬੀਆਂ ਸਨ। ਪਿੱਛੇ ਜੇ ਬੀਬੀ ਹਰਸ਼ਰਨ ਕੌਰ ਜੀ ਦੇ ਬਾਰੇ, ਜਿਨ੍ਹਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ, ਉਹ ਵੀ ਆਪ ਜੀ ਦੇ ਨਾਲ ਮੈਂ ਸਾਂਝ ਪਾਈ ਸੀਗੀ। ਤੋ ਇਸ ਤਰ੍ਹਾਂ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਬੀਬੀਆਂ ਜਿਹੜੀਆਂ ਨੇ ਉਹਨਾਂ ਦੇ ਜੀਵਨ ਨੂੰ ਲੱਭ ਕੇ ਆਪ ਜੀ ਦੇ ਨਾਲ ਮੈਂ ਸਾਂਝ ਪਾਵਾਂ। ਮਾਈ ਭਾਗੋ ਨੂੰ 1705 ਵਿੱਚ ਮੁਗਲਾਂ ਦੇ ਵਿਰੁੱਧ ਸਿੱਖ ਸਿਪਾਹੀਆਂ ਦੀ ਅਗਵਾਈ ਕੀਤੀ। ਉਹ ਜੰਗ ਦੇ ਮੈਦਾਨ ਵਿੱਚ ਇੱਕ ਬੇਮਿਸਾਲ ਹੁਨਰਮੰਦ ਯੋਧਾ ਸੀ ਅਤੇ ਸਿੱਖ ਧਰਮ ਵਿੱਚ ਇੱਕ ਯੋਧਾ ਵਜੋਂ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਔਰ ਆਪ ਜੀ ਜਦੋਂ ਤਲਵਾਰ ਦੇ ਜੋਹਰ ਦਿਖਾਉਂਦੇ ਸਨ ਮੈਦਾਨੇ ਜੰਗ ਦੇ ਅੰਦਰ,
ਤਾਂ ਇਉਂ ਲੱਗਦਾ ਸੀ ਕਿ ਜਿਵੇਂ ਇੱਕ ਸ਼ੇਰਨੀ ਜਿਹੜੀ ਹੈ ਉਹ ਦਹਾੜ ਰਹੀ ਹੈ ਮੈਦਾਨੇ ਜੰਗ ਦੇ ਅੰਦਰ। ਉਹ ਜਿਹੜੇ ਸਿੰਘ 40 ਸ਼ਹੀਦ ਹੋਏ ਹਨ ਖਦਾਨੇ ਦੀ ਢਾਬ ਦੇ ਉੱਪਰ, ਮੁਕਤਸਰ ਸਾਹਿਬ ਦੇ ਉੱਪਰ, ਇਤਿਹਾਸ ਦੇ ਵੀ ਜ਼ਿਕਰ ਹੁੰਦਾ ਹੈ ਕਿ ਉਹਨਾਂ ਨੂੰ ਇਕੱਠਿਆਂ ਕਰਨ ਦਾ ਔਰ ਉਹਨਾਂ ਨੂੰ ਮੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਿਲਾਨ ਦਾ ਜਿਹੜਾ ਉਪਰਾਲਾ ਹੈ ਉਹ ਵੀ ਮਾਤਾ ਭਾਗ ਕੌਰ ਜੀ ਦੇ ਹਿੱਸੇ ਹੀ ਆਉਂਦਾ ਹੈ। ਤੇ ਜਿਸ ਵੇਲੇ ਇਹ ਉਹ ਸਿੰਘ ਹਨ 40 ਸਿੰਘ ਜਿਨ੍ਹਾਂ ਦਾ ਵਰਣਨ ਹੁੰਦਾ ਹੈ, ਜਿਹਨੂੰ 40 ਮੁਕਤੇ ਵੀ ਕਹਿੰਦੇ ਹਨ, ਜਿਹੜੇ ਚਮਕੌਰ ਵੀ ਸ਼ਹੀਦ ਹੋਏ ਹਨ ਉਹ ਵੀ 40 ਮੁਕਤੇ ਕਹੇ ਜਾਂਦੇ ਹਨ। ਤੋ ਇਤਿਹਾਸ ਵਿੱਚ ਜਿਹੜੀ ਗੱਲ ਇਹ ਫੈਲਾਈ ਗਈ ਹੈ ਕਿ ਉਹਨਾਂ ਨੇ 40 ਨੇ ਉੱਥੇ ਬਦਾਵਾ ਲਿਖਿਆ, ਤੇ ਉਹ ਬਦਾਵਾ ਲਿਖਣ ਕਾਰਨ ਉਹਨਾਂ ਨੂੰ ਮਾਈ ਭਾਗੋ ਔਰ ਬੀਬੀਆਂ ਨੇ ਝਾੜ ਪਾਈ, ਤੇ ਉਹ ਮੁੜ ਕੇ ਉਹਨਾਂ ਨੂੰ ਚੂੜੀਆਂ ਪੇਸ਼ ਕੀਤੀਆਂ, ਤੇ ਫਿਰ ਉਹ ਸ਼ਰਮੋ ਸ਼ਰਮੀ ਉਹ ਦੁਬਾਰਾ ਲੜਨ ਵਾਸਤੇ ਤਿਆਰ ਹੋਏ। ਤੋ ਇਹ ਜਿਹੜਾ ਸਿੱਖ ਦਾ ਕਰੈਕਟਰ ਹੈ ਉਹਦੇ ਨਾਲ ਇਹ ਗੱਲਾਂ ਜਿਹੜੀਆਂ ਉਹਨੂੰ ਮੇਲ ਨਹੀਂ ਖਾਂਦੀਆਂ। ਔਰ ਇਹ ਵੀ ਗੱਲ ਜਿਵੇਂ ਬਾਕੀ ਕਿਸੇ ਇਤਿਹਾਸਕਾਰ ਨੇ ਐਸਾ ਨਹੀਂ ਲਿਖਿਆ ਕਿ ਬੇਦਾਵਾ ਦਿੱਤਾ ਹੋਵੇ ਇਹਨਾਂ 40 ਸਿੰਘਾਂ ਨੇ, ਲੇਕਿਨ ਕੇਵਲ ਸੂਰਜ ਪ੍ਰਕਾਸ਼ ਦਾ ਕਰਤਾ ਹੈ ਉਹ ਲਿਖਦਾ ਹੈ ਕਿ ਮਾਤਾ ਗੁਜਰ ਕੌਰ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਕਹਿਤਾ ਕਿ ਹਾਂ ਤੋ ਤੁਧ ਜਨਨੀ ਨਾ ਹੈ, ਕਿ ਮੈਂ ਤੇਰੀ ਮਤਲਬ ਹੈ ਜਨਨੀ ਨਹੀਂ ਆ, ਤੇ ਜੇ ਤੂੰ ਮਤਲਬ ਹੈ ਇਥੋਂ ਖਾਲੀ ਕਰਕੇ ਇਹਨਾਂ ਨੂੰ ਜਾਣ ਨਹੀਂ ਦਿੰਦਾ ਤੇ ਇੱਥੇ ਤੁਸੀਂ ਅੜੇ ਹੋਏ ਹੋ, ਤੁਸੀਂ ਇਸ ਅਨੰਦਪੁਰ ਸਾਹਿਬ ਦੇ ਅੰਦਰ, ਆਨੰਦਗੜ੍ਹ ਦੇ ਅੰਦਰ। ਤੋ ਇਹ ਨਿਰਮੋਲ ਗੱਲਾਂ ਹਨ ਕਿ ਉਹ ਮਾਤਾ ਭਾਗ ਕੌਰ ਜੀ ਜਿਹੜੇ ਇੰਨੇ ਤਸੱਵਰ ਵਾਲੇ ਹਨ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗੁੜਤੀ ਦਿੱਤੀ, ਉਹਨਾਂ ਨੂੰ ਮਾਨ ਸਤਿਕਾਰ ਬਖਸ਼ਿਸ਼ ਕੀਤਾ, ਚੜ੍ਹਦੀ ਕਲਾ ਦਾ ਕਨਸੈਪਟ ਦਿੱਤਾ, ਔਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਵਰਗੇ ਪੁੱਤਰ ਨੂੰ ਜਨਮ ਦਿੱਤਾ ਤੇ ਉਹਨਾਂ ਨੂੰ ਤਿਆਰੀ ਕਰਾਈ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੇਲੇ ਵੀ ਅੱਗੋਂ ਉਹਨਾਂ ਨੇ ਬੜਾ ਹੀ ਦਲੇਰੀ ਵਾਲੇ ਜਿਹੜੇ ਕਦਮ ਚੁੱਕੇ। ਉਹ ਐਸੀ ਗੱਲ ਕਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਕਹਿ ਸਕਦੀ ਕਿ ਮੈਂ ਤੈਨੂੰ ਬਦਾਵਾ ਲਿਖਿਆ ਕਿ ਤੂੰ ਮੇਰਾ ਪੁੱਤਰ ਨਹੀਂ। ਤੇ ਇਹ ਇਤਿਹਾਸ ਵਿੱਚ ਕੁਝ ਕਰੈਕਟਰਾਂ ਨੂੰ ਖਰਾਬ ਕਰਨ ਲਈ, ਉਹਨਾਂ ਦੀ ਅਕਸ ਨੂੰ ਵਿਗਾੜਨ ਲਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਤਿਹਾਸ ਦੇ ਵਿੱਚ ਭਰੀਆਂ ਜਾਂਦੀਆਂ ਹਨ। ਤੇ ਸਾਨੂੰ ਜਿਹੜੇ ਇਤਿਹਾਸ ਸੁਣਨ ਵਾਲੇ ਜਾਂ ਪੜ੍ਹਾਉਣ ਵਾਲੇ ਨੇ ਜਾਂ ਸੁਣਾਉਣ ਵਾਲੇ ਨੇ, ਉਹਨਾਂ ਨੂੰ ਥੋੜੀ ਜੀ ਇਹ ਜਿਹੜੀ ਤਿੱਖੀ ਅੱਖ ਦੇ ਨਾਲ, ਇਨਵੈਸਟੀਗੇਟਿਵ ਆਈ ਦੇ ਨਾਲ ਇਹਨੂੰ ਦੇਖਣਾ ਪਏਗਾ ਕਿ ਇਹ ਇਤਿਹਾਸ ਜੋ ਲਿਖਿਆ ਜਾ ਰਿਹਾ ਹੈ ਸਾਡੇ ਦੁਸ਼ਮਣਾਂ ਨੇ ਲਿਖਿਆ ਹੈ, ਔਰ ਕੁਝ ਐਸੇ ਬੰਦਿਆਂ ਨੇ ਲਿਖਿਆ ਹੈ ਜਿਨ੍ਹਾਂ ਨੇ ਬਹੁਤ ਹੀ ਸ਼ਰਧਾਵਸ ਹੋ ਕਰਕੇ ਇਹ ਚੀਜ਼ਾਂ ਜਿਹੜੀਆਂ ਲਿਖੀਆਂ ਹਨ ਉਹ ਸਾਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਰਹੀਆਂ ਹਨ। ਸਾਡਾ ਜੋ ਸਿੱਖ ਕਰੈਕਟਰ ਹੈ, ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਆਪ ਜੀ ਦੇ ਨਾਲ ਇੱਥੇ, ਕਿ ਸਿੱਖ ਇਤਿਹਾਸ ਦੇ ਅੰਦਰ ਇਹ ਇੱਕ ਜਿਹੜੀ ਇਹਨਾਂ ਨੇ ਸੂਰਜ ਪ੍ਰਕਾਸ਼ ਦੇ ਕਰਤਾ ਨੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਇਹ ਇੱਕ ਵਿਕੋ ਲਿਤਰੀ ਇੱਕ ਜਿਹੜੀ ਹੈ ਉਹ ਘਟਨਾ ਹੈ। ਬਾਕੀ ਸਾਰੇ ਸਿੱਖ ਇਤਿਹਾਸ ਦੇ ਅੰਦਰ ਕਦੀ ਵੀ ਕਿਸੇ ਸਿੱਖ ਨੇ, ਈਵਨ ਛੋਟੇ ਤੋਂ ਛੋਟੇ ਜਿਹੜੀ ਸਿੱਖ ਦੀ ਗੱਲ ਆਉਂਦੀ ਹੈ, ਉਹਨੇ ਵੀ ਕਦੀ ਇਹ ਨਹੀਂ ਕਿਹਾ ਕਿ ਮੈਂ ਸਿੱਖੀ ਤੋਂ ਮੁਨਕਰ ਹੋਵਾਂ, ਔਰ ਇਸ ਤੱਕ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ। ਜਦੋਂ ਫਰਖਸੀਅਰ ਨੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਬੜੇ ਸਨ ਨੌਜਵਾਨ, ਉਹਨਾਂ ਦੇ ਵਿੱਚੋਂ ਜਿਹੜਾ ਬੱਚਾ ਸੀ ਇੱਕ, ਉਹਦੀ ਮਾਂ ਫਰਖਸੀਅਰ ਤੋਂ ਉਹਦੀ ਰਿਹਾਈ ਦਾ ਲੈ ਕੇ ਆ ਗਈ, ਲੇਕਿਨ ਉਸਨੇ ਕਿਹਾ ਕਿ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਕਾ ਸਿੱਖ ਹਾਂ ਤੇ ਮੈਂ ਗਲਤੀ ਨਾਲ ਨਹੀਂ ਫੜਿਆ ਗਿਆ, ਮੈਂ ਸਗੋਂ ਆਪ ਇਹਨਾਂ ਦੇ ਨਾਲ ਰਲਿਆ, ਮੈਂ ਸਿੱਖ ਹਾਂ, ਤੇ ਛੇਤੀ ਕਰੋ ਤੁਸੀਂ ਮੈਨੂੰ ਸ਼ਹੀਦ ਕਰੋ, ਮੈਂ ਆਪਣੇ ਭਰਾਵਾਂ ਨੂੰ ਜਾ ਕਰਕੇ ਮਿਲਣਾ ਹੈ। ਤੇ ਕਿੰਨੇ ਵੀ ਇਤਿਹਾਸ ਦੇ ਵਿੱਚ ਵੱਡੇ ਤੋਂ ਵੱਡੇ ਬੰਦੇ, ਭਾਈ ਮਨੀ ਸਿੰਘ ਲੈ ਲਓ, ਬਾਬਾ ਬੰਦਾ ਸਿੰਘ ਬਹਾਦਰ ਲੈ ਲਓ, ਔਰ ਜਿੰਨੇ ਵੀ ਸਿੰਘ ਨੇ, ਸਾਹਿਬਜ਼ਾਦੇ ਨੇ, ਛੋਟੇ ਵੱਡੇ, ਇਹ ਸਾਰੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਕਿਸੇ ਨੇ ਵੀ ਮੌਤ ਨੂੰ ਹੱਸ ਕੇ ਕਬੂਲਿਆ ਹੈ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿ ਜਿਹਨੂੰ ਮਰਨ ਦੇ ਵਿੱਚ ਆਨੰਦ ਆ ਰਿਹਾ ਹੈ ਉਹ ਕਿਵੇਂ ਮਤਲਬ ਹੈ ਇਹ ਬਦਾਵਾ ਲਿਖ ਕੇ ਜਾ ਸਕਦਾ ਹੈ। ਤਾਂ ਮੈਂ ਇਹ ਗੱਲ ਇੱਥੇ ਕਲੀਅਰ ਕਰਨਾ ਚਾਹਨਾ ਕਿ ਕੋਈ ਬਦਾਵਾ ਨਹੀਂ ਲਿਖਿਆ ਗਿਆ। ਹਾਂ, ਇਹ ਗੱਲ ਸਚਾਈ ਹੈ ਕਿ ਜਿਵੇਂ 500 ਤੋਂ 600 ਦੇ ਕਰੀਬ ਸਿੱਖ ਜਿਹੜੇ ਹਨ ਉਹ ਅਨੰਦਪੁਰ ਸਾਹਿਬ ਤੋਂ ਚੱਲੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਵਿੱਚ, ਔਰ ਰਸਤੇ 'ਚ ਕਈ ਜਿਹੜੇ ਹਨ ਉਹ ਸ਼ਹੀਦ ਹੋਏ ਹਨ। ਕਿਤੇ ਕੋਈ 100 ਸ਼ਹੀਦ ਹੋਇਆ, ਕਿਤੇ ਕੋਈ 50 ਹੋਏ ਨੇ, ਕਿਤੇ ਕੋਈ 40 ਹੋਏ ਨੇ। ਕੋਈ ਸਰਸਾ ਪਾਰ ਕਰਨ ਲੱਗਿਆ ਜਿੱਥੇ ਬੜਾ ਹੀ ਐਕੈਡੈਮਿਕ ਜਿਹੜਾ ਪੜ੍ਹਾਈ ਲਿਖਾਈ ਜਿਹੜੇ ਸਨ
ਉਹ ਸਾਡਾ ਸਰੋਤ ਸਨ। ਉਹ ਵਿਦਿਆਧਾਰ ਗ੍ਰੰਥ ਉਹ ਵੀ ਸਰਸਾ ਦੀ ਭੇਟ ਹੋ ਗਿਆ। ਔਰ ਕਈ ਸਿੱਖ ਜਿਹੜੇ ਹਨ ਉਹ ਪਾਰ ਕਰਦੇ ਹੋਏ ਉੱਥੇ ਸ਼ਹੀਦ ਹੋ ਗਏ। ਔਰ ਜਿਵੇਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ, 3 ਹਿੱਸਿਆਂ 'ਚ ਵੰਡਿਆ ਗਿਆ, ਉਸ ਤਰ੍ਹਾਂ ਹੀ ਕੁਝ ਸਿੱਖ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲ ਨਹੀਂ ਸਕੇ ਤੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਚਲੇ ਗਏ। ਤੋ ਇਹ ਜਿਹੜੇ 40 ਸਿੰਘਾਂ ਜਿਨ੍ਹਾਂ ਦੀ ਅਗਵਾਈ ਮਾਤਾ ਭਾਗ ਕੌਰ ਜੀ ਨੇ ਕੀਤੀ ਹੈ, ਇਹ ਉਹ ਸਿੰਘ ਸਨ ਜਿਹੜੇ ਸਰਸਾ ਦੇ ਕੰਢੇ ਦੇ ਉੱਤੇ ਜਿਹੜੇ ਹਨ ਉਹ ਪਾਰ ਕਰਦਿਆਂ ਹੋਇਆਂ ਵਿਛੜ ਗਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਮਿਲੇ ਨਹੀਂ। ਔਰ ਜਿੱਥੇ ਚਮਕੌਰ ਦੀ ਗੜੀ ਤੋਂ ਬਾਅਦ ਗੁਰੂ ਮਹਾਰਾਜ ਜੀ ਦੀਨਾ ਕਾਂਗੜ ਚਲੇ ਗਏ, ਉਤੋਂ ਫਿਰ ਗਨੀ ਖਾਨ ਨਬੀ ਖਾਨ ਜਿਹੜੇ ਉਹਨੂੰ ਲੈ ਗਏ ਤੇ ਫਿਰ ਉਹ ਖਦਰਾਨੇ ਦੀ ਢਾਬ ਦੇ ਜੰਗ ਹੁੰਦਾ ਹੈ। ਤੋ ਉੱਥੇ ਇਹ ਜ਼ਰੂਰ ਮੁਲਾਕਾਤ ਇਹਨਾਂ ਦੀ ਹੁੰਦੀ ਹੈ। ਤੋ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਇਹ ਕੋਈ ਵੀ ਸਾਡੇ ਸਿੰਘਾਂ ਦੇ ਵਿੱਚੋਂ ਕਦੀ ਵੀ ਕਿਸੇ ਨੇ ਬੇਦਾਵਾ ਨਹੀਂ ਲਿਖਿਆ। ਮੈਂ ਮੌਜੂਦਾ ਸਮੇਂ ਦੀ ਗੱਲ ਨਹੀਂ ਕਰ ਰਿਹਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦਾ ਇਤਿਹਾਸ ਅਸੀਂ ਸੁਣਾ ਰਹੇ ਹਾਂ। ਉਸ ਸੁਨਹਿਰੀ ਕਾਲ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਸਿੱਖ ਜਿਹੜਾ ਹੈ ਉਹ ਪਹਿਲਾ मरण कबूल जीवन की छाड़ास वो सबना की रेणका तो आओ हमारे पास। वो मरना पहला कबूल करता है। ਜਿਹਨੂੰ ਮਰਨਾ ਪਹਿਲਾਂ ਕਬੂਲ ਹੈ ਉਹ ਫਿਰ ਮਰਨ ਤੋਂ ਕਿਵੇਂ ਡਰੇਗਾ? ਉਹ ਰੋਟੀ ਪਾਣੀ ਤੋਂ ਕਿਵੇਂ ਆਜ਼ਾਰ ਹੋਣ ਤੇ ਉਹ ਕਿਵੇਂ ਆਖੇਗਾ ਗੁਰੂ ਨੂੰ ਕਿ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ ਹੈ? ਤੋ ਇਹ ਇਤਿਹਾਸ ਦੇ ਵਿੱਚ ਇੱਕ ਵਿਗਾੜ ਹੈ ਜਿਸ ਨੂੰ ਸਾਨੂੰ ਸਮਝਣ ਦੀ ਲੋੜ ਹੈ। ਮਾਈ ਭਾਗੋ ਜੀ ਦਾ ਜਨਮ ਆਪਾਂ ਥੋੜੀ ਵਿਚਾਰ ਕਰ ਲਈ ਕਿ 1681 ਈਸਵੀ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਵਿੱਚ ਹੋਇਆ। ਇੱਕ ਸ਼ਰਧਾਲੂ ਸਿੱਖ ਪਰਿਵਾਰ ਵਿੱਚ ਆ ਵੱਡੇ ਹੋਏ ਤੇ ਆਪਣੀ ਛੋਟੀ ਉਮਰ ਤੋਂ ਹੀ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕੀਤਾ। ਔਰ ਸਿੱਖ ਧਰਮ ਜਿਸ ਦੀ ਸਥਾਪਨਾ 15ਵੀਂ ਸਦੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਕੀਤੀ ਗਈ ਸੀ, ਇਹ ਇੱਕ ਈਸ਼ਵਰਵਾਦੀ ਧਰਮ ਹੈ ਜੋ ਸਾਰੇ ਮਨੁੱਖਾਂ ਦੀ ਬਰਾਬਰੀ ਅਤੇ ਧਾਰਮਿਕਤਾ ਦੀ ਪ੍ਰਾਪਤੀ ਤੇ ਜ਼ੋਰ ਦਿੰਦਾ ਹੈ। ਮਾਈ ਭਾਗੋ ਜੀ ਦਾ ਜਨਮ ਪੰਜਾਬ ਦੇ ਮੌਜੂਦਾ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਕਲਾਂ ਵਿਖੇ ਢਿੱਲੋਂ ਜੱਟਾਂ ਦੇ ਪਰਿਵਾਰ ਵਿੱਚ ਆਪਣੇ ਜੱਦੀ ਪਿੰਡ ਚੱਬਲ ਕਲਾਂ ਵਿੱਚ ਹੋਇਆ। ਮਾਈ ਭਾਗੋ ਜਨਮ ਤੋਂ ਇੱਕ ਕੱਟੜ ਵਿਚਾਰਧਾਰਾ ਵਾਲੀ ਬੀਬੀ ਸੀ। ਆਪ ਦਾ ਪਾਲਣ ਪੋਸ਼ਣ ਇੱਕ ਸ਼ਰਧਾਲੂ ਸਿੱਖ ਪਰਿਵਾਰ ਵਿੱਚ ਹੋਇਆ। ਮਾਈ ਭਾਗੋ ਦੇ ਪਿਤਾ ਜੀ ਮਾਲੋ ਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਆਪਣੇ ਪਿਤਾ ਦੀ ਤਰ੍ਹਾਂ ਮਾਈ ਭਾਗੋ ਨੇ ਵੀ ਸ਼ਸਤਰ ਵਿਦਿਆ ਹਥਿਆਰਾਂ ਦੀ ਸਿਖਲਾਈ ਸਿੱਖੀ। ਮਾਈ ਭਾਗੋ ਭਾਈ ਪੈਰੋ ਸ਼ਾਹ ਦੀ ਪੋਤੀ ਸੀ ਜੋ 5ਵੇਂ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਸਿੱਖ ਧਰਮ ਵਿੱਚ ਆਪ ਜੀ ਜਿਹੜੇ ਹਨ ਦਾਖਲ ਹੋਏ ਤੇ 84 ਪਿੰਡਾਂ ਦੇ ਉਹ ਮੁਖੀ ਸਨ। ਬੀਬੀ ਭਾਗ ਕੌਰ ਜੀ ਦੇ ਦਾਦਾ ਜੀ ਤੇ ਭਾਈ ਲੰਗਾ ਦੇ ਉਹ ਛੋਟੇ ਭਰਾ ਸਨ ਭਾਈ ਪੈਰੋ ਸ਼ਾਹ ਜੀ। ਇਹ ਉਹਨਾਂ ਦਾ ਪਿਛੋਕੜ ਹੈ, ਲਾਈਨੇਜ ਹੈ ਕਿ ਜਿਸ ਤਰ੍ਹਾਂ ਦੀ ਮਤਲਬ ਉਹਨਾਂ ਦਾ ਮਹਾਨ ਵਿਅਕਤੀ ਪੈਰੋ ਸ਼ਾਹ ਤੇ ਜਿਹੜੇ ਭਾਈ ਲੰਗਾ ਜੀ ਹੋਏ ਹਨ, ਔਰ ਇਹ ਸਾਰੇ ਜਿਹੜੇ ਹਨ ਮਾਲੋ ਸ਼ਾਹ ਵਗੈਰਾ ਇਹ ਗੁਰੂ ਘਰ ਦੇ ਸ਼ਰਧਾਲੂ ਹਨ। ਤਾਂ ਉਹ ਸ਼ਰਧਾ ਵਾਲੀ ਜਿਹੜੀ ਭਾਵਨਾ ਹੈ ਉਹੀ ਕੁੱਟ-ਕੁੱਟ ਕੇ ਇਸ ਬੀਬੀ ਜੀ ਦੇ ਅੰਦਰ, ਭਾਗ ਕੌਰ ਜੀ ਦੇ ਅੰਦਰ ਵੀ ਜਿਹੜੀ ਹੈ ਭਰੀ ਗਈ ਹੈ। ਆਪ ਜੀ ਦੇ 2 ਭਰਾ ਦਿਲਬਾਗ ਸਿੰਘ ਅਤੇ ਭਾਗ ਸਿੰਘ ਸਨ। ਜਦੋਂ ਉਹ ਛੋਟੀ ਸੀ ਤਾਂ ਉਸਦੇ ਮਾਤਾ-ਪਿਤਾ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਲੈ ਗਏ। ਇਸ ਤੋਂ ਪਹਿਲਾਂ ਆਪ ਗੁਰੂ ਤੇਗ ਬਹਾਦਰ ਸਾਹਿਬ ਕੋਲ ਵੀ ਜਾਂਦੇ ਰਹੇ। ਔਰ ਇਹ ਦੱਸਿਆ ਜਾਂਦਾ ਹੈ, ਕੁਝ ਇਤਿਹਾਸਕਾਰ ਇਹਦੇ ਤੇ ਜਿਹੜੇ ਹਨ ਉਹ ਸਹਿਮਤ ਨਹੀਂ ਹੈਗੇ ਕਿ ਆਪ ਜੀ ਦਾ ਵਿਆਹ ਪੱਟੀ ਦੇ ਭਾਈ ਨਿਧਾਨ ਸਿੰਘ ਨਾਲ ਹੋਇਆ। ਔਰ ਕਈਆਂ ਨੇ ਲਿਖਿਆ ਹੈ ਕਿ ਆਪ ਜੀ ਨੇ ਸ਼ਾਇਦ ਆਨੰਦ ਕਾਰਜ ਕਰਵਾਇਆ ਹੀ ਨਹੀਂ ਹੈ। ਤੋ ਆਓ ਮਾਈ ਭਾਗੋ ਜੀ ਦੇ ਥੋੜੇ ਇਤਿਹਾਸ ਦੀ ਹੋਰ ਗੱਲ ਆਪ ਜੀ ਨਾਲ ਸਾਂਝਾ ਕਰੀਏ। 18ਵੀਂ ਸਦੀ ਦੇ ਉਥਲ-ਪੁਥਲ ਭਰੇ ਸਮੇਂ ਦੌਰਾਨ ਸਿੱਖ ਕੌਮ ਨੂੰ ਮੁਗਲ ਸਾਮਰਾਜ ਦੇ ਅਧੀਨ ਅਤਿਆਚਾਰ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ। 1705 ਵਿੱਚ 9ਵੇਂ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਧਰਮ ਬਦਲਣ ਤੋਂ ਇਨਕਾਰ ਕਰਕੇ 1675 ਦੇ ਅੰਦਰ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਘਟਨਾ ਨੇ ਮਾਈ ਭਾਗੋ ਨੂੰ ਡੂੰਘਾ ਪ੍ਰਭਾਵਿਤ ਕੀਤਾ ਅਤੇ ਉਸ ਦੇ ਅੰਦਰ ਆਪਣੇ ਵਿਸ਼ਵਾਸ ਦੀ ਰੱਖਿਆ ਲਈ ਫਰਜ਼ ਦੀ ਮਜ਼ਬੂਤੀ ਭਾਵਨਾ ਪੈਦਾ ਕੀਤੀ।
ਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ, ਜਿਵੇਂ ਮੈਂ ਉੱਪਰ ਬੇਨਤੀ ਕੀਤੀ ਹੈ, ਕਿ ਮੈਨੂੰ ਹੁਕਮ ਕਰੋ, ਮੈਂ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਸੋਧਣੀ। 1708 ਵਿੱਚ 10ਵੇਂ ਅਤੇ ਅੰਤਮ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ ਔਰ ਅੰਮ੍ਰਿਤ ਦੀ ਪ੍ਰਾਪਤ ਸਿੱਖਾਂ ਦਾ ਇੱਕ ਭਾਈਚਾਰਾ ਜੋ ਸਿੱਖ ਧਰਮ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਅਤੇ ਨਿਰਦੋਸ਼ੀਆਂ ਦੀ ਰੱਖਿਆ ਕਰਨ ਲਈ ਸਮਰਪਿਤ ਸੀ, ਉਸ ਨੂੰ ਕਾਇਮ ਕੀਤਾ। 1709 ਵਿੱਚ ਚਮਕੌਰ ਦੀ ਲੜਾਈ ਦੌਰਾਨ ਸਿੱਖ ਫੌਜ ਦੇ ਇੱਕ ਮਹੱਤਵਪੂਰਨ ਹਿੱਸੇ ਨੇ ਗੁਰੂ ਜੀ ਨੂੰ ਇੱਕ ਖਤਰਨਾਕ ਸਥਿਤੀ ਵਿੱਚ ਜਿਹੜਾ ਹੈ ਉਹ ਜਿਹੜੀ ਅਸੀਂ ਗੱਲ ਕੀਤੀ ਹੈ ਹੁਣੇ, ਇਹ ਕੁਝ ਇਤਿਹਾਸਕਾਰ ਲਿਖਦੇ ਹਨ, ਲੇਕਿਨ ਅਸੀਂ ਇਸ ਨੂੰ ਕੰਟਰਾਡਿਕਟ ਕਰਦੇ ਹਾਂ ਕਿ ਕੋਈ ਵੀ ਸਿੰਘ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਡੈਜ਼ਰਟ ਕਰਕੇ ਜਾਂ ਉਹਨਾਂ ਨੂੰ ਬਦਾਵਾ ਲਿਖ ਕਰਕੇ ਨਹੀਂ ਗਿਆ ਹੈ। ਮਾਈ ਭਾਗੋ ਗੁਰੂ ਦੀ ਦੂਰਦਰਸ਼ੀ ਤੋਂ ਡੂੰਘੀ ਪ੍ਰਭਾਵਿਤ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਔਰ ਉਸ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਹਰ ਮੌਕੇ ਦੇ ਉੱਪਰ ਔਖੀ ਘੜੀ ਦੇ ਅੰਦਰ ਸਾਥ ਦੇਣ ਦਾ ਸੰਕਲਪ ਮਾਈ ਭਾਗੋ ਜੀ ਨੇ ਲਿਆ। ਆਪ ਜੀ ਨੇ ਜਿਸ ਵੇਲੇ ਖਾਲਸੇ ਦੀ ਸਥਾਪਨਾ ਹੋਈ ਤਾਂ ਉੱਥੇ ਆਪ ਜੀ ਨੇ ਵੀ ਅੰਮ੍ਰਿਤ ਛਕਿਆ ਤੇ ਮਾਈ ਭਾਗੋ ਤੋਂ ਆਪ ਦਾ ਨਾਮ ਭਾਗਕੌਰ ਹੋ ਗਿਆ। ਆਪਣਾ ਸਮਾਨ ਇਕੱਠਾ ਕਰਕੇ ਤੇ ਮਰਦ ਪਹਿਰਾਵਾ ਪਹਿਨ ਕੇ ਉਸਨੇ ਆਪ ਨੂੰ ਇੱਕ ਸਿਪਾਹੀ ਵਿੱਚ ਬਦਲ ਲਿਆ ਅਤੇ ਲੜਾਈ ਵਿੱਚ ਸ਼ਾਮਲ ਹੋ ਗਈ। ਆਪ ਜੀ ਦੀ ਬਹਾਦਰੀ ਅਤੇ ਕੁਰਬਾਨੀ ਨੇ ਤੇ ਕੰਮ ਨੇ ਬਾਕੀ ਸਿੱਖ ਸਿਪਾਹੀਆਂ ਨੂੰ ਵੀ ਜਿਹੜਾ ਹੈ ਇੰਪ੍ਰੈਸ ਕੀਤਾ, ਉਹਨਾਂ ਨੂੰ ਵੀ ਲਾਮਬੰਦ ਕੀਤਾ, ਇਕੱਠਾ ਕਰ ਦਿੱਤਾ ਅਤੇ ਮਿਲ ਕੇ ਉਹਨਾਂ ਨੇ ਭਾਰੀ ਮੁਸ਼ਕਲਾਂ ਦੇ ਵਿਰੁੱਧ ਬਹਾਦਰੀ ਨਾਲ ਲੜਾਈ ਕੀਤੀ। ਬਹੁਤ ਜ਼ਿਆਦਾ ਗਿਣਤੀ ਹੋਣ ਦੇ ਬਾਵਜੂਦ ਮਾਈ ਭਾਗਕੌਰ ਅਤੇ ਸਿੱਖ ਸਿਪਾਹੀਆਂ ਨੇ ਸਿੰਘਾਂ ਨੇ ਅਸਾਧਾਰਨ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਆਖਰੀ ਸਾਹ ਤੱਕ ਆਪ ਲੜਦੇ ਰਹੇ। ਉਹਨਾਂ ਦੇ ਅਟੁੱਟ ਇਰਾਦੇ ਅਤੇ ਕੁਰਬਾਨੀਆਂ ਨੇ ਆਖਰਕਾਰ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹਰ ਮੁਹਾਜ ਦੇ ਉੱਤੇ। ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਈ ਭਾਗਕੌਰ ਜੀ ਦੀ ਬਹਾਦਰੀ ਅਤੇ ਸਮਰਪਣ ਤੋਂ ਪ੍ਰਭਾਵਿਤ ਹੋਏ। ਆਪ ਜੀ ਨੇ ਅਸ਼ੀਰਵਾਦ ਦਿੱਤਾ ਕਿ ਉਸ ਦੀ ਅਸਾਧਾਰਨ ਹਿੰਮਤ ਲਈ ਉਸ ਦੀ ਪ੍ਰਸ਼ੰਸਾ ਵੀ ਕੀਤੀ। ਉਸ ਨੂੰ ਮਾਈ ਜਾਂ ਮਾਂ ਭਾਗਕੌਰ ਦਾ ਸਨਮਾਨਿਤ ਖਿਤਾਬ ਦਿੱਤਾ। ਮਾਤਾ ਭਾਗਕੌਰ ਮਾਈ ਭਾਗਕੌਰ ਨੇ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਬਿਤਾਈ, ਉਹਨਾਂ ਦੀ ਯਾਤਰਾਵਾਂ ਵਿੱਚ ਉਹਨਾਂ ਦਾ ਸਾਥ ਦਿੱਤਾ ਔਰ ਉਹਨਾਂ ਦੇ ਅੰਗ ਰੱਖਿਅਕ ਵਜੋਂ ਵੀ ਆਪ ਜੀ ਨੇ ਕੰਮ ਕੀਤਾ। ਇਹ ਇੱਕ ਬੜਾ ਵੱਡਾ ਜਿਹੜਾ ਇੱਕ ਐਸੀ ਪੋਜੀਸ਼ਨ ਹੈ ਜਿਹੜੀ ਮਾਈ ਭਾਗਕੌਰ ਜੀ ਨੂੰ ਪ੍ਰਾਪਤ ਹੋਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਕਿ ਉਹ ਸਿਕਿਉਰਿਟੀ ਗਾਰਡ ਦੇ ਤੌਰ ਦੇ ਉੱਪਰ ਜਿਹੜੇ ਉਹ ਰਹੇ। ਮੁਗਲਾਂ ਦੇ ਨਾਲ ਟਾਕਰਾ। ਮਾਈ ਭਾਗੋ ਗੁਰੂ ਜੀ ਨੂੰ ਫੜਨ ਦੀ ਕੋਸ਼ਿਸ਼ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਹੁਕਮਾਂ ਹੇਠ ਵਜ਼ੀਰ ਖਾਨ ਦੀ ਅਗਵਾਈ ਵਿੱਚ ਵੱਡੀ ਮੁਗਲ ਫੌਜ ਲਾਹੌਰ ਅਤੇ ਕਸ਼ਮੀਰ ਦੀਆਂ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। 1704 ਦੇ ਆਸ-ਪਾਸ ਮੁਗਲ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਭੋਜਨ ਦੇ ਪ੍ਰਬੰਧਾਂ ਅਤੇ ਕੁਝ ਮਹੀਨਿਆਂ ਤੱਕ ਚੱਲੀ ਘੇਰਾਬੰਦੀ ਨੂੰ ਰੋਕਣ ਲਈ ਇਸ ਨੂੰ ਖਾਲੀ ਕਰਨ ਦੀ ਮੰਗ ਕੀਤੀ। ਉਹਨਾਂ ਐਲਾਨ ਕੀਤਾ ਕਿ ਕੋਈ ਵੀ ਸਿੱਖ ਜੋ ਇਹ ਕਹੇਗਾ ਕਿ ਉਹ ਗੁਰੂ ਦਾ ਸਿੱਖ ਨਹੀਂ ਰਿਹਾ ਨੂੰ ਜਿਹੜਾ ਹੈ ਇੱਕ ਸੇਫ ਪੈਸੇਜ ਦਿੱਤਾ ਜਾਏਗਾ ਤੇ ਉਸ ਨੇ ਅਟੈਕ ਨਹੀਂ ਕੀਤਾ ਜਾਏਗਾ ਤੇ ਉਹ ਬਚ ਕੇ ਜਾਣਾ ਚਾਹੇ ਤੇ ਜਾ ਸਕਦਾ ਹੈ, ਪਰ ਸ਼ਰਤ ਇਹ ਹੋਏਗੀ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿੱਠ ਦਿਖਾ ਕੇ ਜਾਏ। ਇੱਥੇ ਲਿਖਣ ਦੀ ਇਹ ਮੈਂ ਗੱਲ ਹੁਣੇ ਆਪ ਜੀ ਦੇ ਨਾਲ ਪਹਿਲਾਂ ਬੜੇ ਵਿਸਤਾਰ ਨਾਲ ਸਾਂਝੀ ਕੀਤੀ ਹੈ ਕਿ ਇੱਥੋਂ ਕੋਈ ਵੀ 40 ਸਿੰਘ ਜਿਹੜੇ ਹਨ ਉਹ ਬੇਦਾਵਾ ਲਿਖ ਕੇ ਨਹੀਂ ਗਏ ਹਨ। ਮਾਈ ਭਾਗੋ ਜੀ ਨੇ ਜ਼ਰੂਰ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਖਦਰਾਣੇ ਦੀ ਢਾਬ ਦੇ ਉੱਤੇ ਜਿਹੜੀਆਂ ਮੁਗਲ ਫੌਜਾਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ, ਤਾਂ ਇੱਥੇ ਇਸ ਜਗ੍ਹਾ ਦੇ ਉੱਪਰ ਕਿਉਂਕਿ ਪਾਣੀ ਵੀ ਉਪਲਬਧ ਸੀਗਾ, ਢਾਬ ਤੋਂ ਭਾਵ ਹੈ ਪਾਣੀ ਕਿ ਜਿੱਥੇ ਪਾਣੀ ਸੀਗਾ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਜਿਹੜਾ ਡਿਫੈਂਸ ਬਣਾਇਆ, ਮੋਰਚਾ ਲਾਇਆ ਤੇ ਇੱਥੇ ਹੀ ਮਾਤਾ ਭਾਗਕੌਰ ਜੀ ਜਿਹੜੇ ਹਨ ਉਹ ਉਸ ਚਬਾਲ ਇਲਾਕੇ ਦੇ ਜਿਹੜੇ ਸਿੰਘ ਹਨ
ਉਹ ਇੱਥੇ ਆ ਕਰਕੇ ਗੁਰੂ ਮਹਾਰਾਜ ਜੀ ਨੂੰ ਮਿਲੇ ਤੇ ਉਹਨਾਂ ਨੇ ਇੱਥੇ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜਾਈ ਕੀਤੀ ਤੇ ਉਹਨਾਂ ਨੂੰ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਤਿਹ ਪ੍ਰਾਪਤ ਹੋਈ। ਤੇ ਇੱਥੇ ਇਹਨਾਂ ਦੇ ਵਿੱਚੋਂ ਜੋ ਸਿਰਕੜ ਦੇ ਨੌਜਵਾਨ ਸਨ ਭਾਈ ਮਹਾ ਸਿੰਘ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆ ਕਰਕੇ ਸਾਰਿਆਂ ਨੂੰ ਜਿਹਨਾਂ ਲੜਾਈ ਕੀਤੀ ਉਹਨਾਂ ਨੂੰ ਕਿਹਾ ਕੋਈ ਮੇਰਾ 5 ਹਜ਼ਾਰੀ ਹੈ, ਕੋਈ ਮੇਰਾ 10 ਹਜ਼ਾਰੀ ਹੈ, ਕੋਈ ਮੇਰਾ 20 ਹਜ਼ਾਰੀ ਹੈ। ਤੇ ਇਸ ਤਰ੍ਹਾਂ ਉਹਨਾਂ ਨੂੰ ਬੜਾ ਹੀ ਸਨਮਾਨਿਤ ਕੀਤਾ ਤੇ ਉਸ ਸਨਮਾਨ ਤੋਂ ਬਾਅਦ ਮਾਤਾ ਭਾਗ ਕੌਰ ਜੀ ਨੂੰ ਵੀ ਉਹਨਾਂ ਨੇ ਜਿਹੜੇ ਅਸੀਸ ਦਿੱਤੀ ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਤੋ ਇਹ ਜਿਹੜੇ ਸਿੰਘ ਹਨ ਇਹਨਾਂ ਨੂੰ ਬੜਾ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਸ਼ੀਰਵਾਦ ਦਿੱਤੇ ਤੇ ਉਹ ਜਿਹੜਾ ਮਾਲਵੇ ਦਾ ਇਹ ਜੰਗ ਜਿਹੜਾ ਹੈ ਉਸ ਨੂੰ ਖਦਰਾਣੇ ਦੀ ਢਾਬ ਤੇ ਉਹਨਾਂ ਨੇ ਜਿੱਤਿਆ। ਹੁਣ ਮਾਈ ਭਾਗ ਕੌਰ ਜੀ ਦਾ ਅਨੰਦਪੁਰ ਸਾਹਿਬ ਦਾ ਸਮਾਂ, ਇਸ ਦੇ ਬਾਰੇ ਵੀ ਆਪ ਜੀ ਨਾਲ ਵਿਚਾਰ ਕਰਦੇ। ਇੱਕ ਦੂਤ ਜਿਹੜਾ ਹੈ, ਜਿਹੜਾ ਜਿਹਨੂੰ ਅਸੀਂ ਡਿਪਲੋਮੈਟ ਕਹਿ ਸਕਦੇ ਹਾਂ, ਏਜੰਟ ਜਿਹੜਾ ਹੈ, ਉਹ ਕੁਰਾਨ ਦੀ ਕਾਪੀ ਲੈ ਕੇ ਔਰੰਗਜ਼ੇਬ ਦੁਆਰਾ ਉਹਦੇ ਤੇ ਸਾਈਨ ਸਨ, ਸਿਗਨੇਚਰ ਸਨ, ਔਰ ਨਾਲ ਇੱਕ ਸਹੁੰ ਲੈ ਕੇ ਪਹੁੰਚਿਆ ਕਿ ਜੇਕਰ ਤੁਸੀਂ ਅਨੰਦਪੁਰ ਸਾਹਿਬ ਨੂੰ ਚੜ੍ਹਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੇ ਤੁਸੀਂ ਸਾਡਾ ਮੂੰਹ ਮੱਥਾ ਰਹਿ ਜਾਏਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਪਾਸੇ ਕਰ ਦਿੱਤਾ ਹੈ ਤੇ ਤੁਸੀਂ ਮੁੜ ਕੇ ਇੱਥੇ ਆ ਜਾਣਾ। ਤੇ ਗੁਰੂ ਸਾਹਿਬ ਜੀ ਨਿਰਮੋਹਗੜ੍ਹ ਗਏ ਤਾਂ ਉੱਥੇ ਇਹਨਾਂ ਨੇ ਆਪਣੀ ਜਿਹੜੀ ਆਟੇ ਦੀ ਗਊ ਦੀ ਸਹੁੰ ਸੀ ਜਾਂ ਕੁਰਾਨ ਦੀ ਜਿਹੜੀ ਸਹੁੰ ਸੀ, ਉਹ ਪਹਾੜੀ ਰਾਜਿਆਂ ਦੇ ਮਿਲਵੇ ਜਿਹੜੇ ਜਿੱਥੇ ਫੌਜ ਸੀ ਉਹਨਾਂ ਨੇ ਨਿਰਮੋਹਗੜ੍ਹ ਤੇ ਵੀ ਅਟੈਕ ਕੀਤਾ ਤੇ ਉਤੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜਾਈ ਦੇ ਵਿੱਚ ਇਹਨਾਂ ਨੂੰ ਹਰਾਇਆ। ਤੇ ਇਸ ਤਰੀਕੇ ਨਾਲ ਇਹ ਮਤਲਬ ਹੈ ਕਿ ਬੜੀਆਂ ਸੌਹਾਂ ਚੁੱਕੀਆਂ ਇਹ ਜਿਹੜੀ ਔਰੰਗਜ਼ੇਬ ਦੀ ਫੌਜ ਸੀ, ਜਿਸ ਨੂੰ ਲੀਡ ਜਿਹੜਾ ਹੈ ਵਜੀਦ ਖਾਨ ਸਰਹੰਦ ਦਾ ਕਰ ਰਿਹਾ ਸੀ, ਔਰ ਉਹਦੇ ਵਿੱਚ ਮੁਲਤਾਨ ਦਾ, ਸ੍ਰੀਨਗਰ ਦਾ ਔਰ ਜਲੰਧਰ ਦੇ ਇਹ ਸਾਰੇ ਜਿਹੜੇ ਹਾਕਮ ਸਨ, ਮਲੇਰਕੋਟਲਾ ਦੇ, ਇਹ ਸਾਰੇ ਉਹਦੇ ਸ਼ਾਮਲ ਸਨ। ਤੋ ਇਹ ਸਾਰੇ ਜਰਨੈਲ ਮੁਗਲ ਫੌਜ ਦੇ ਅਰੇ ਪਹਾੜੀ ਰਾਜਿਆਂ ਦੁਆਰਾ ਇਹ ਦੁਬਾਰਾ ਸਾਈਨ ਕਰਕੇ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਆਪ ਜੀ ਅਗਰ ਇਸ ਨੂੰ ਛੱਡ ਕੇ ਚਲੇ ਜਾਓ ਤੇ ਅਸੀਂ ਤੁਹਾਡਾ ਕੁਝ ਨਹੀਂ ਕਵਾਂਗੇ। ਤੇ ਸਾਡਾ ਚਿਹਰਾ ਜਿਹੜਾ ਦਿਖਾਉਣ ਲਈ ਗੁਰੂ ਜੀ ਨੇ ਫੈਸਲਾ ਕੀਤਾ ਕਿ ਇਸ ਅਨੰਦਪੁਰ ਸਾਹਿਬ ਨੂੰ ਜਿਹੜਾ ਬੜੇ ਪਿਆਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਸੀ ਔਰ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਬਾਦ ਕੀਤਾ, ਉੱਥੇ ਬੜੇ ਬਚਪਨ ਗੁਜ਼ਾਰਿਆ, ਉੱਥੇ ਹੀ ਸਾਰੇ ਸ਼ਸਤਰ ਵਿਦਿਆ ਵਗੈਰਾ ਸਿੱਖੀ। तो आप जी का उस इलाके नाल बड़ा जड़ा है स्नेह सी, लेकिन फिर भी जो पंथ की खातर गुरु साहब ने वो आनंदपुर साहब का किला भी छड्डण दा जड़ा है वो फैसला किया। यह मैं बेनती की है कि इस दौरान गुरु गोबिंद सिंह जी ने आनंदपुर साहब का किला खाली करवा दिता। उस दे मौके दे उपर एक गल देखने की लोड़ है कि जिस वेले गुरु महाराज जी ने किला खाली किया तो उत्थे पहला गुरु गोबिंद सिंह महाराज ने सिखां नूं दस्सण वास्ते कि ये जो कुरान दीयां सौहां ने और या जिहड़े आटे दी गऊ दी सौं की चुकी है, इसका कोई परपस नहीं है, ये सारे धोखेबाज हैं। तो उन्होंने सब तो पहला कुछ खचरा जिहड़ियां ने उत्ते दुशाले शाही दुशाले पा के और विच शहर का कूड़ा भर के जिहड़ा है वो थल्ले किले तो थल्ले भेजिया। तो वो जिहड़े फोर्सिस कंबाइंड फोर्सिस सन पहाड़ी राजियां दियां और मुगल दियां फौजां जिहड़ियां सन वो टुट के पै गए उन्हां तो। जदों उन्होंने देखा कि ये तां साडी जिहड़ी है जिहड़ा असीं ट्रैप पाया सीगा उस दे विच असीं आप ही फस गए। ते फिर उन्होंने गुरु गोबिंद सिंह महाराज का पिछा किया। तो गुरु गोबिंद सिंह महाराज जी आप जिहड़े हन अगवाई करते और थां थां दे उपर डिफेंस क्रिएट करते हुए, क्योंकि पिछले पासे भी हमला सी ते अगले पासे भी ਜਿਹੜੇ ਰੰਗੜ ਸਨ ਉਹ ਵੀ ਜਿਹੜੇ ਗੁਰੂ ਸਾਹਿਬ ਦੇ ਨਾਲ ਲੜਾਈ ਵਾਸਤੇ ਤਿਆਰ ਸਨ। तो सब जगह के उपर किते वड्डे साहिबजादे नूं उन्हां दे नाल बाबा भाई बुढ़ा जी नूं और फिर किते अपने जिहड़े भाई हिम्मत सिंह जी नूं भी उन्होंने सॉरी हिम्मत सिंह नहीं और जिहड़े उदय सिंह जी नूं तैनात किया। तो इस तरीके नाल शाही टिब्बी के उपर तो इस तरह करते करते गुरु गोबिंद सिंह महाराज जी ने जिहड़ी सरसा नदी नूं क्रॉस किया। तो सरसा नदी के उपर
ਆਪ ਜੀ ਦਾ ਪਰਿਵਾਰ ਜਿਹੜਾ ਹੈ ਉੱਥੋਂ, ਜਿੱਥੇ ਅੱਜ ਕੱਲ੍ਹ ਪਰਿਵਾਰ ਵਿਛੋੜਾ ਗੁਰਦੁਆਰਾ ਹੈ, ਉੱਥੇ ਪਰਿਵਾਰ ਵਿਛੜ ਜਾਂਦਾ ਹੈ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਹਨ ਉਹ ਇੱਕ ਪਾਸੇ ਚਲੇ ਜਾਂਦੇ ਹਨ, ਔਰ ਬਾਕੀ ਜਿਹੜੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਹਨ, ਉਹ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ ਜਾਂਦੇ ਹਨ। ਤੇ ਤੀਸਰੇ ਪਾਸੇ ਵੱਡੇ ਸਾਹਿਬਜ਼ਾਦੇ ਔਰ ਤਿੰਨ ਪਿਆਰੇ ਜਿਹੜੇ ਹਨ ਉਹ ਕੱਚੀ ਗੜੀ ਵਾਲੇ ਪਾਸੇ ਨੂੰ ਪਹੁੰਚ ਜਾਂਦੇ ਹਨ, ਔਰ ਉੱਥੇ ਜਿਹੜੀ ਜਾ ਕਰਕੇ ਇਹ ਜਿਹੜੀ ਹੈ ਅਗਲੀ ਗੱਲ ਹੁੰਦੀ ਹੈ। तो चमकौर की लड़ाई ਦੇ ਵਿੱਚ गुरु गोबिंद सिंह साहब ने आप लीडिंग रोल लिया, और उस टिब्बी के उपर जी चमकौर की गढ़ी के अंदर टिब्बा सी, उतों जड़े तीर जड़े छड़ते सन ते सिंह जड़े सन वो थले जा करके लड़ाई करते सन। तो दो साहबजादे भाई अजीत सिंह जी ने सब तो पहला भेजा, तो फिर अजीत सिंह जुझार सिंह जी ने उन्होंने तो बाद भेजा। तो इस गल नूं बड़े ही ਵਜਦ ਵਿੱਚ ਤਰੀਕੇ ਦੇ ਨਾਲ ਜਿਹੜਾ ਹੈ ਸਾਨੂੰ ਕਾਜ਼ੀ ਨੂਰ ਮੁਹੰਮਦ ਨੇ ਜਿਹੜੀ ਕਿਤਾਬਾਂ ਲਿਖੀਆਂ ਹਨ ਉਹਨਾਂ ਵਿੱਚ ਬੜਾ ਹੀ ਵਿਰਾਗਮਈ ਢੰਗ ਦੇ ਨਾਲ ਇਹਨਾਂ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਚੜ੍ਹਦੀ ਕਲਾ ਵਿੱਚ ਆਪਣੇ ਬੱਚਿਆਂ ਨੂੰ ਸ਼ਹੀਦ ਹੋਣ ਵਾਸਤੇ, ਤਿੰਨ ਪਿਆਰਿਆਂ ਨੂੰ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਜੀ ਨੂੰ ਵੀ ਨਾਲ ਆਪਣੇ ਪਿਆਰਿਆਂ ਦੇ ਬੱਚਿਆਂ ਦੇ ਨਾਲ ਭੇਜਿਆ, ਤੇ ਉਹ ਵੀ ਮੈਦਾਨੇ ਜੰਗ ਦੇ ਅੰਦਰ ਸ਼ਹਾਦਤ ਪ੍ਰਾਪਤ ਕਰ ਗਏ। ਤੋ ਇਸ ਜਿਹੜਾ ਹੈ ਔਰੰਗਜ਼ੇਬ ਦੀਆਂ ਸ਼ਾਹੀ ਮੁਗਲਾਂ ਫੌਜਾਂ ਨਾਲ ਇਹ ਮਾਲਵਾ ਦੇ ਖੇਤਰਾਂ ਦੇ ਜੰਗਲਾਂ ਵਿੱਚ ਇਹ ਜਿਹੜੇ ਸਫ਼ਰ ਕਰਦੇ ਹੋਏ ਇੱਥੇ ਜਿਹੜੇ ਹਨ ਉਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਵੇਂ ਕਿ ਇਹ ਆਪ ਜੀ ਨੂੰ ਪਤਾ ਹੈ ਇਤਿਹਾਸ ਕਿ ਸਿੰਘਾਂ ਨੇ ਪਹਿਲੀ ਵਾਰੀ ਪੰਥ ਦੇ ਤੌਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਕਿ ਆਪ ਜੀ ਇੱਥੋਂ ਕੱਚੀ ਜਿਹੜੀ ਗੜੀ ਹੈ ਚਮਕੌਰ ਦੀ ਗੜੀ ਹੈ ਇੱਥੋਂ ਆਪ ਨਿਕਲ ਜਾਓ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੈਂ ਤੇ ਅਗਲੇ ਦਿਨ ਸਵੇਰੇ ਖੁਦ ਮੈਦਾਨੇ ਜੰਗ ਦੇ ਅੰਦਰ ਮੈਂ ਉਤਰਨਾ ਹੈ ਤੇ ਮੈਂ ਸ਼ਹੀਦੀ ਦਿਆਂਗਾ। ਲੇਕਿਨ ਸਿੰਘਾਂ ਨੇ, ਜਿਨ੍ਹਾਂ ਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਸਨ, ਭਾਈ ਮਾਨ ਸਿੰਘ ਜੀ ਸਨ, ਔਰ ਹੋਰ ਸਿਰਕੜ ਦਾ ਜਿਹੜੇ ਹਨ ਉਹ ਸ਼ਹੀਦ ਸਿੰਘ ਸਨ, ਉਹਨਾਂ ਨੇ ਹੁਕਮ ਲਗਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਖਾਲਸਾ ਪੰਥ ਗੋਬਿੰਦ ਸਿੰਘ ਤੈਨੂੰ ਹੁਕਮ ਦਿੰਦਾ ਕਿ ਤੂੰ ਇਸ ਕੱਚੀ ਗੜੀ ਨੂੰ ਛੱਡ ਕੇ ਚਲਾ ਜਾ। ਤੁਸੀਂ ਜਿੱਥੇ ਜਾਓਗੇ ਤੇ ਤੁਸੀਂ ਹਜ਼ਾਰਾਂ ਸਿੱਖ ਜਿਹੜੇ ਆ, ਲੱਖਾਂ ਸਿੰਘ ਦੁਬਾਰਾ ਜਿਹੜੇ ਹਨ ਖਾਲਸੇ ਪੈਦਾ ਕਰ ਲੋਗੇ, ਤੇ ਅਸੀਂ ਇੱਕ ਵੀ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੀ ਰਿਪਲੇਸਮੈਂਟ ਨਹੀਂ ਪੈਦਾ ਕਰ ਸਕਦੇ। ਤੋ ਚਮਕੌਰ ਦੀ ਲੜਾਈ ਤੋਂ ਬਾਅਦ ਕਰਦੇ ਹੋਏ ਜਿੱਥੇ 40 ਸਿੰਘ ਸ਼ਹੀਦ ਹੋਏ, ਉਸ ਤੋਂ ਬਾਅਦ ਰਾਤ ਨੂੰ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਤਾੜੀ ਸਾਹਿਬ ਗੁਰਦੁਆਰਾ ਹੈ ਉੱਥੇ ਹਿੰਦੇ ਪੀਰ ਬੇਵੱਦ ਕਹਿ ਕਰ 3 ਵਾਰੀ ਕਿ ਹਿੰਦੂਆਂ ਦਾ ਪੀਰ ਜਿਹੜਾ ਹੈ ਉਹ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜਿਸ ਦੇ ਵਿੱਚ ਹਿੰਮਤ ਹੈ ਉਹ ਰਸਤਾ ਰੋਕ ਲਵੇ। ਤੋ ਇਸ ਤਰ੍ਹਾਂ ਉਹ ਜਾ ਕਰਕੇ ਦੀਨੇ ਕਾਂਗੜ ਪਹੁੰਚਦੇ ਹਨ, ਔਰ ਉੱਥੋਂ ਫਿਰ ਜਿਵੇਂ ਇਤਿਹਾਸ ਚੱਲਦਾ ਹੈ ਕਿ ਉਹ ਅੱਗੇ ਜਿਹੜੇ ਹਨ ਉਹ ਗਨੀ ਖਾਂ ਤੇ ਨਬੀ ਖਾਂ ਲੈ ਜਾਂਦੇ ਹਨ। ਇਸ ਤਰ੍ਹਾਂ ਫਿਰ ਉਹ ਜਿਹੜੀ ਆ ਦਮਦਮਾ ਸਾਹਿਬ ਪਹੁੰਚਦੇ ਹਨ, ਜਿੱਥੇ ਉਹ ਦੁਬਾਰਾ ਅੰਮ੍ਰਿਤ ਸੰਚਾਰ ਕਰਕੇ 1 ਲੱਖ ਦੇ ਕਰੀਬ ਦੁਬਾਰਾ ਸਿੰਘਾਂ ਨੂੰ ਜਿਹੜਾ ਹੈ ਉਹ ਦੁਬਾਰਾ ਜਿਹੜੇ ਹਨ ਉਹ ਸਿੰਘ ਸਜਾਉਂਦੇ ਹਨ। ਤੇ ਗੁਰੂ ਜੀ ਦੇ ਨਾਲ ਜਿਹੜੀ ਖਿਦਰਾਨੇ ਦੀ ਢੰਗ ਦੀ ਢਾਬ ਦੀ ਗੱਲ ਹੈ ਉਹ ਮੈਂ ਆਪ ਜੀ ਦੇ ਨਾਲ ਜ਼ਿਕਰ ਕਰ ਚੁੱਕਾ ਹਾਂ। ਤੋ ਮਾਈ ਭਾਗਵਤ ਤੇ ਉਸਦੇ ਬੰਦਿਆਂ ਨੇ ਮੁਗਲਾਂ ਦੀਆਂ ਇੱਥੇ ਖਿਦਰਾਨੇ ਦੀ ਢਾਬ ਦੀ ਮੈਂ ਹੋਰ ਡਿਟੇਲ ਦੇ ਦਿਆਂ ਕਿ ਇਹਦੇ ਤਕਰੀਬਨ 10,000 ਜਿਹੜੇ ਮੁਗਲ ਸਨ ਔਰ ਉਹਨਾਂ ਦੀ ਜਿਹੜੀ ਫੌਜ ਸੀ। ਇਸ ਫੌਜ ਦੇ ਅੰਦਰ ਇਤਿਹਾਸਕਾਰ ਕਹਿੰਦੇ ਹਨ ਕਿ ਕੋਈ ਵੀ ਪਹਾੜੀ ਰਾਜਿਆਂ ਦੀ ਫੌਜ ਨਹੀਂ ਸੀ। ਇਹ 10,000 ਕੇਵਲ ਤੇ ਕੇਵਲ ਜਿਹੜੀ ਮੁਗਲਿਆ ਸਿਪਾਹੀ ਸਨ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿੱਛਾ ਕਰਦੇ ਹੋਏ ਇੱਥੇ ਖਿਦਰਾਨੇ ਦੀ ਢਾਬ ਤੇ ਪਹੁੰਚੇ ਸਨ। ਤੇ ਇਹ ਮਾਈ ਭਾਗੋ ਤੇ ਜਿਹੜੇ ਇੱਥੋਂ ਹੋਰ ਸਿੰਘ ਲੜੇ ਸਨ, ਇਹਨਾਂ ਨੇ ਬੜੀ ਬਹਾਦਰੀ ਨਾਲ ਲੜੇ ਤੇ ਉਸ 10,000 ਫੌਜ ਜਿਹੜੀ ਹੈ ਉਹਨਾਂ ਨੂੰ ਮਤਲਬ ਬਿਲਕੁਲ ਹੀ ਪਾਣੀ ਦੇ ਨੇੜੇ ਨਹੀਂ ਆਉਣ ਦਿੱਤਾ, ਤੇ ਉਹ ਬਹੁਤ ਗਰਮੀ ਹੋਣ ਕਰਕੇ ਵੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੇ ਹਨ ਉੱਥੋਂ ਪਿੱਛੇ ਹਟਣ ਲਈ ਮਜਬੂਰ ਹੋਏ। ਤੇ ਇਹ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਤੀ, ਤੇ ਗੁਰੂ ਦੇ ਫੌਜਾਂ ਨੇ ਨੇੜਲੇ ਉੱਚੇ ਮੈਦਾਨ ਤੇ ਜਿਹੜੀ ਹੈ ਮੁਗਲਾਂ, ਕਿਉਂਕਿ ਟਿੱਬਾ ਸੀ, ਉੱਥੋਂ ਤੀਰਾਂ ਦੀ ਵਰਖਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਗਏ ਤਾਂ ਉਹਨਾਂ ਨੇ ਮਾਈ ਭਾਗੋ ਅਤੇ ਬਾਕੀ ਜਿਹੜੇ ਸਿੰਘ ਸਨ ਉਹਨਾਂ ਨੂੰ
संभाल की थी, जिवें आप जी ने पहले जिक्र किया है। माई भागो तलवंडी साबो विखे भी गुरु गोबिंद सिंह जी कोल जाके ठहरे, ਤੇ ਉੱਥੇ ਉਹਨਾਂ ਨੇ, ਇਤਿਹਾਸ ਲਿਖਦਾ ਹੈ ਕਿ ਉਹਨਾਂ ਨੇ ਨਿਹੰਗ ਦਾ ਪਹਿਰਾਵਾ ਪਾ ਲਿਆ ਹੋਵੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਗਏ ਤਾਂ ਉਹ ਗੁਰੂ ਜੀ ਦੇ 10 ਹੋਰ ਅੰਗ ਰੱਖਿਆ ਵਿੱਚ ਇੱਕ ਬਣ ਗਏ, ਜਿਸ ਨੇ ਆਪਣੇ ਆਪ ਨੂੰ ਇੱਕ ਜਿਹੜੀ ਹੈ ਬੜੀ ਜਿਹੜੀ ਅਸੀਂ ਕਹਿੰਦੇ ਆ ਕਿ ਬੜੀ ਅੱਛੀ ਜਿਹੜੀ ਡਰੈਸ ਪਾਈ ਹੋਈ, ਜਿਹੜੀ ਕਿ ਜਿਹਨੂੰ ਅੱਜ ਕੱਲ੍ਹ ਬੁਲਟ ਪ੍ਰੂਫ ਜੈਕਟ ਕਹਿੰਦੇ ਨੇ, ਇਸ ਤਰੀਕੇ ਦੀ ਲਾਂਸ ਅਤੇ ਮਸਕਟ ਜਿਹਨੂੰ ਕਹਿੰਦੇ ਹਨ, ਉਸ ਨੂੰ ਧਾਰਨ ਕੀਤਾ ਅਤੇ ਮਰਦ ਪਹਿਰਾਵੇ ਵਿੱਚ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਰਕਸ਼ਕ ਦੀ ਸੇਵਾ ਕੀਤੀ। 1708 ਵਿੱਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਮਾਤਾ ਭਾਗ ਕੌਰ ਜੀ ਹੋਰ ਦੱਖਣ ਵੱਲ ਜੋ ਉਹਨਾਂ ਦੀ ਸੇਵਾ ਸੀ ਉਸ ਨੂੰ ਸਮਾਪਤ ਕੀਤਾ, ਤੇ ਆਪ ਜੀ ਕਰਨਾਟਕ ਤੇ ਬਿਦਰ ਤੋਂ 11 ਕਿਲੋਮੀਟਰ ਦੀ ਦੂਰੀ ਤੇ ਜਨਵਾੜਾ ਵਿਖੇ ਆ ਕੇ ਆਪ ਰਹਿਣ ਲੱਗ ਪਏ, ਜਿੱਥੇ ਆਪ ਜੀ ਧਿਆਨ ਵਿੱਚ ਲੀਨ ਰਹਿੰਦੇ ਸਨ ਅਤੇ ਗੁਰਮਤਿ ਦਾ ਮਾਰਗ ਜਿਹੜਾ ਹੈ ਉਸ ਨੂੰ ਉਹਨਾਂ ਨੇ ਬਾਅਦ ਵਿੱਚ ਕਿਹਾ ਕਿ ਹੁਣ ਜੰਗ ਯੁੱਧਾਂ ਦੇ ਵਿੱਚ ਹਿੱਸਾ ਨਹੀਂ ਲੈਣਾ ਤੇ ਕੇਵਲ ਜਿਹੜਾ ਹੈ ਗੁਰਮਤਿ ਨਾਮ ਸਿਮਰਨ ਔਰ ਸੇਵਾ ਦੇ ਵਿੱਚ ਜੀਵਨ ਬਤੀਤ ਕਰਨਾ। ਜਨਵਾੜਾ ਵਿੱਚ ਉਸ ਦੀ ਝੌਂਪੜੀ ਦੀ ਜਗ੍ਹਾ ਦੇ ਉੱਪਰ ਹੁਣ ਇੱਕ ਜੋ ਬੜਾ ਵਧੀਆ ਗੁਰਦੁਆਰਾ ਮਾਈ ਭਾਗੋ ਜੀ ਹੈ, ਵੀਰ ਐਮਪੀ ਸਿੰਘ ਨੂੰ ਬੇਨਤੀ ਹੈ ਕਿ ਉਹ ਵੀ ਤਸਵੀਰ ਸਾਂਝੀ ਕਰ ਦੇਣ ਗੁਰਦੁਆਰਾ ਸਾਹਿਬ ਦੀ, ਜੋ ਜਨਵਾੜਾ ਵਿਖੇ ਹੈ। ਨੰਦੇੜ ਵਿਖੇ ਵੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਹਾਤੇ ਦੇ ਅੰਦਰ ਇੱਕ ਹਾਲ ਜੋ ਕਿ ਉਹਨਾਂ ਦੇ ਪੁਰਾਣੇ ਨਿਵਾਸ ਸਥਾਨ ਨੂੰ ਦਰਸਾਉਂਦਾ ਹੈ, ਜਿਸ ਨੂੰ ਬੁੰਗਾ ਮਾਈ ਭਾਗੋ ਵਜੋਂ ਵੀ ਜਾਣਿਆ ਜਾਂਦਾ ਹੈ। ਮਾਈ ਭਾਗੋ ਜੀ ਦਾ ਅੰਤਲਾ ਸਮਾਂ ਤੇ ਆਲੇ ਦੁਆਲੇ ਸਹੀ ਵੇਰਵਿਆਂ ਦਾ ਵਿਆਪਕ ਤੌਰ ਦੇ ਉੱਪਰ ਡਾਕੂਮੈਂਟਰੀ ਐਵੀਡੈਂਸ ਨਹੀਂ ਮਿਲਦਾ ਅਤੇ ਆਪ ਜੀ ਦੇ ਅੰਤਮ ਪਲਾਂ ਬਾਰੇ ਵੱਖਰੇ ਵੱਖਰੇ ਬਿਰਤਾਂਤ ਅਤੇ ਵਿਸ਼ਵਾਸ ਜਿਹੜੇ ਹਨ ਉਹ ਮਿਲਦੇ ਹਨ। ਹਾਲਾਂਕਿ ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਮਾਈ ਭਾਗੋ ਨੇ ਸਿੱਖ ਧਰਮ ਨੂੰ ਸਮਰਪਿਤ ਲੰਬਾ ਜੀਵਨ ਬਤੀਤ ਕੀਤਾ ਅਤੇ ਜੰਗਾਂ ਯੁੱਧਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਿਹੜੇ ਜੰਗ ਯੁੱਧ ਹੋਏ ਉਸ ਤੋਂ ਬਾਅਦ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਗ ਰੱਖਿਆ ਵਜੋਂ ਸੇਵਾ ਕਰਨ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਮਾਈ ਭਾਗੋ ਪੰਜਾਬ ਭਾਰਤ ਦੇ ਮੌਜੂਦਾ ਫਤਿਹਗੜ੍ਹ ਜ਼ਿਲ੍ਹੇ ਦੇ ਪਿੰਡ ਜਨਵਾੜਾ ਵਿਖੇ ਸੇਵਾ ਮੁਕਤ ਹੋ ਗਏ। ਉਸਨੇ ਸ਼ਰਧਾ ਅਤੇ ਅਧਿਆਤਮਿਕਤਾ ਵਾਲਾ ਜੀਵਨ ਜਾਰੀ ਰੱਖਿਆ, ਸਿੱਖ ਔਰਤਾਂ ਨੂੰ ਮਾਰਗਦਰਸ਼ਨ ਪ੍ਰਦਾਨ ਕੀਤਾ ਅਤੇ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੁਝ ਬਿਰਤਾਂਤ ਦੇ ਅਨੁਸਾਰ ਮਾਈ ਭਾਗੋ ਜੀ ਨੇ ਉੱਚ ਪੱਧਰੀ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਅਤੇ ਆਪਣੇ ਆਖਰੀ ਸਾਹ ਤੱਕ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਡੂੰਘੀ ਤਰ੍ਹਾਂ ਜੁੜੇ ਰਹੇ। ਇਹ ਵੀ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਆਪਣੇ ਅੰਤਮ ਦਿਨ ਸਿਮਰਨ ਅਤੇ ਪ੍ਰਾਰਥਨਾ ਵਿੱਚ ਬਿਤਾਏ। ਉਹਨਾਂ ਸਾਥੀ ਸਿੱਖਾਂ ਨਾਲ ਜੋ ਉਹਨਾਂ ਦੇ ਨਾਲ ਆ ਕੇ ਵਿਚਾਰ ਵਟਾਂਦਰਾ ਕਰਦੇ ਸਨ, ਉਹਨਾਂ ਨੂੰ ਸਹੀ ਗੁਰਮਤਿ ਦੀ ਵੀ ਜਿਹੜੀ ਆ ਸਿੱਖਿਆ ਦਿੰਦੇ ਸਨ। ਜਦੋਂ ਕਿ ਆਪ ਜੀ ਦੀ ਜੋ ਅੰਤਮ ਜਿਹੜੀ ਹੈ ਸਮਾਂ ਹੈ, ਮੌਤ ਦਾ ਸਮਾਂ ਹੈ, ਉਹ ਅਨਿਸ਼ਚਿਤ ਹੈ, ਕੋਈ ਡੈਫੀਨਿਟ ਡੇਟ ਨਹੀਂ ਮਿਲਦੀ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਮਾਈ ਭਾਗ ਕੌਰ ਜੀ ਦਾ ਦੇਹਾਂਤ 18ਵੀਂ ਸਦੀ ਦੇ ਅੰਤ ਵਿੱਚ ਹੋਇਆ ਸੀ। ਸਿੱਖ ਧਰਮ ਵਿੱਚ ਆਪ ਜੀ ਦੀ ਵਿਰਾਸਤ ਅਤੇ ਯੋਗਦਾਨ ਜਿਉਂਦਾ ਹੈ ਅਤੇ ਉਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਦਲੇਰ ਅਤੇ ਪ੍ਰੇਰਨਾਦਾਇਕ ਹਸਤੀ ਵਜੋਂ ਯਾਦ ਕੀਤਾ ਜਾਂਦਾ ਹੈ। ਮਾਈ ਭਾਗ ਕੌਰ ਜੀ ਨਿਰਾਰਥਕ ਸੇਵਾ, ਬਹਾਦਰੀ ਅਤੇ ਸਿੱਖ ਸਿਧਾਂਤਾਂ ਪ੍ਰਤੀ ਅਟੁੱਟ ਵਚਨਬੱਧਤਾ ਦੁਨੀਆ ਭਰ ਦੇ ਸਿੱਖਾਂ ਅਤੇ ਲੋਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਆਪ ਜੀ ਦਾ ਜੀਵਨ, ਆਪ ਜੀ ਦੀ ਤਾਕਤ ਔਰ ਆਪ ਜੀ ਦੀ ਸ਼ਰਧਾ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ ਕਿ ਜੋ ਵਿਅਕਤੀ ਵਿਪਤਾ ਦੇ ਸਾਹਮਣੇ ਜਿਹੜੇ ਆਪਣੀ ਹਿੰਮਤ ਨਹੀਂ ਹਾਰਦੇ, ਸਿੱਖ ਧਰਮ ਦੇ ਇਤਿਹਾਸ ਅਤੇ ਭਾਵਨਾ ਤੇ ਆਪਣੀ ਅਮਿੱਟ ਛਾਪ ਜਿਹੜੇ ਹਨ ਉਹ ਛੱਡ ਜਾਂਦੇ ਹਨ। ਉਹਨਾਂ ਵਿੱਚੋਂ ਹੀ ਇੱਕ ਮਾਤਾ ਭਾਗ ਕੌਰ ਜੀ ਹਨ। ਮਾਤਾ ਭਾਗ ਕੌਰ ਜੀ ਦੀ ਵਿਰਾਸਤ, ਆਪ ਜੀ ਮਾਤਾ ਭਾਗ ਕੌਰ ਜੀ ਦੀ ਅਟੁੱਟ ਸ਼ਰਧਾ
ਦਲੇਰੀ ਅਤੇ ਕੁਰਬਾਨੀ ਨੇ ਆਪ ਜੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਪ੍ਰੇਰਨਾਦਾਇਕ ਹਸਤੀ ਬਣਾਇਆ। ਉਹ ਤਾਕਤ, ਸਮਾਨਤਾ ਅਤੇ ਹਿੰਮਤ ਦੇ ਪ੍ਰਤੀਕ ਵਜੋਂ ਜਿਹੜੀ ਹੈ ਸਾਨੂੰ ਯਾਦ ਆਉਂਦੀ ਹੈ। ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦੀ ਹੈ। ਆਪ ਜੀ ਦੇ ਜੀਵਨ ਨੂੰ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਾਲੀ ਜਿਹੜੀ ਹੈ ਉਹ ਵਾਰਤਾ ਦੱਸੀ ਜਾਂਦੀ ਹੈ। ਸਾਨੂੰ ਇਤਿਹਾਸ ਨੂੰ ਰੂਪ ਦੇਣ ਅਤੇ ਉਹਨਾਂ ਦੇ ਵਿਸ਼ਵਾਸ ਦੀ ਰੱਖਿਆ ਕਰਨ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਵਾਉਂਦੀ ਹੈ। ਮਾਤਾ ਭਾਗ ਕੌਰ ਜੀ 20ਵੀਂ ਸਦੀ ਦੀ ਪੇਂਟਿੰਗ ਹਜੂਰ ਸਾਹਿਬ ਦੇ ਜਥੇਦਾਰ ਮੋਹਨ ਸਿੰਘ ਜੀ ਨੇ 1788 ਵਿੱਚ ਮਾਈ ਭਾਗ ਕੌਰ ਜੀ ਦੀ ਯਾਦ ਵਿੱਚ ਇੱਕ ਬੁੰਗਾ, ਜਿਸ ਨੂੰ ਮਤਲਬ ਜੰਗੀ ਬੁਰਜ ਜਾਂ ਨਿਵਾਸ ਸਥਾਨ ਵੀ ਕਿਹਾ ਜਾਂਦਾ ਹੈ, ਬਣਵਾਇਆ। ਮਾਈ ਭਾਗ ਕੌਰ ਦੇ ਹਥਿਆਰ ਅਬਚਲ ਨਗਰ ਨਾਂਦੇੜ ਵਿਖੇ ਹਜੂਰ ਸਾਹਿਬ ਦੇ ਗੁਰਦੁਆਰਾ ਕੰਪਲੈਕਸ ਵਿੱਚ ਰੱਖੇ ਗਏ ਹਨ। ਤੋ ਅੱਜ ਦੀ ਵਿਚਾਰ ਜਿਹੜੀ ਆਪ ਜੀ ਨੇ ਮਾਈ ਭਾਗ ਕੌਰ ਦੇ ਬਾਰੇ ਸਰਵਣ ਕੀਤੀ ਹੈ, ਉਸ ਤੋਂ ਅਸੀਂ ਕਾਫੀ ਪ੍ਰੇਰਨਾ ਲੈ ਸਕਦੇ ਹਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਮਾਤਾ ਭਾਗ ਕੌਰ ਜੀ ਨੇ ਆਪਣਾ ਜੀਵਨ ਬਿਤਾਇਆ। ਤੋ ਇਹ ਜੋ ਵਿਚਾਰ ਆਪ ਨਾਲ ਸਾਂਝੇ ਕੀਤੇ ਹਨ, ਉਸ ਦੇ ਜੋ ਹਵਾਲੇ ਹਨ, ਉਸ ਜੋ ਗੁਰਬਿਲਾਸ ਪਾਤਸ਼ਾਹੀ 10ਵੀਂ ਕੁੰਵਰ ਸਿੰਘ ਦੀ ਲਿਖੀ ਹੋਈ ਹੈ, ਪਟਿਆਲਾ ਛਪੀ, ਉਹਦੇ ਵਿੱਚੋਂ ਹਨ। ਔਰ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚੋਂ ਵੀ ਹਨ। ਔਰ ਸਟੇਟਸ ਆਫ ਵੂਮਨ ਐਂਡ ਸਿੱਖਿਜ਼ਮ, ਡਿਸਕਵਰ ਸਿੱਖਿਜ਼ਮ, ਉਹਦੇ ਵਿੱਚੋਂ ਵੀ ਹਨ। ਤੋ ਮੈਂ ਬੇਨਤੀ ਕਰਦਾ ਕਿ ਆਪ ਜੀ ਨੇ ਜੋ ਵੀ ਇਸ ਜੀਵਨ ਦੇ ਵਿੱਚੋਂ ਆਪ ਜੀ ਨੂੰ ਜਿਹੜੀ ਹੈ ਸਮਝ ਆਈ ਹੈ, ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਸ ਜੀਵਨ ਨੂੰ ਸਰਵਣ ਕੀਤਾ ਹੈ। ਤੇ ਸਾਨੂੰ ਇਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਖਾਸ ਤੌਰ ਤੇ ਬੀਬੀਆਂ ਨੂੰ, ਕਿ ਸਿਰਫ ਚੁੱਲ੍ਹਾ ਚੌਂਕਾ ਹੀ ਸਿੱਖ ਬੀਬੀਆਂ ਦਾ ਕਰਤੱਵ ਨਹੀਂ ਹੈ। ਜਿੱਥੇ ਸਿੰਘਾਂ ਦੇ ਫਰਜ਼ ਬਣਦੇ ਹਨ ਕਿ ਉਹ ਵੀ ਗੁਰੂ ਘਰ ਦੇ ਕੰਮਾਂ ਦੇ ਵਿੱਚ, ਗੁਰੂ ਘਰ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ, ਉੱਥੇ ਵੀ ਬੀਬੀਆਂ ਦੀ ਖਾਸ ਫਰਜ਼ ਬਣਦਾ ਹੈ ਕਿ ਹੁਣ ਤੇ ਭਾਵੇਂ ਮੈਦਾਨੇ ਜੰਗ 'ਚ ਨਾ ਲੜਨਾ ਪਵੇ, ਲੇਕਿਨ ਫਿਰ ਵੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਵੱਲ ਮੋੜਨ ਵਾਸਤੇ, ਸਿੱਖੀ ਦੀ ਪ੍ਰੇਰਨਾ ਦੇਣ ਵਾਸਤੇ ਉਹਨਾਂ ਨੂੰ ਵੀ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਸੇਵਾ ਕਰਨੀ ਚਾਹੀਦੀ ਹੈ। ਤੋ ਇੰਨੀ ਕੁ ਵਿਚਾਰ ਅੱਜ ਪ੍ਰਵਾਨ ਕਰੋ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਤੋ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।